ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਸਾਰੀ ਸੰਗਤ ਗੁਰੂ ਦਰਬਾਰ ਵਿੱਚ ਨਿਤਨੇਮ ਕਰਮ ਅਨੁਸਾਰ ਆਪੋ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਜਨਮ ਦੇ ਕੁਛ ਪਲ ਕੁਛ ਘੜੀਆਂ ਸਫਲਿਆਂ ਕਰਨ ਦੇ ਯਤਨ ਪਏ ਕਰਦੇ ਹਾਂ। ਪਰਮਾਤਮਾ ਨੇ ਮਿਹਰ ਕੀਤੀ ਹੈ, ਸਾਨੂੰ ਸਮੱਤ ਬਖਸ਼ੀ ਹੈ, ਜਿਸ ਦੀ ਬਦੌਲਤ ਅਸੀਂ ਪਰਮਾਤਮਾ ਦੇ ਘਰ ਵਿੱਚ ਆਏ ਹਾਂ। ਸਤਿਗੁਰਾਂ ਦੇ ਨਾਮ ਨੂੰ ਸੁਣਨਾ ਕੀਤਾ ਹੈ, ਗਾਉਣਾ ਕਰਦੇ ਹਾਂ। ਜਿੰਨੀ ਕੁ ਸਤਿਗੁਰਾਂ ਨੇ ਮੱਤ ਬਖਸ਼ੀ ਹੈ, ਆਪੋ ਆਪਣੀ ਮੱਤ ਦੇ ਮੁਤਾਬਕ ਸਭ ਹੀ ਪਰਮੇਸ਼ਰ ਦੇ ਨਾਮ ਨੂੰ ਗਾਉਂਦੇ ਨੇ। ਸਾਡੇ ਇਸ ਦੇਸ਼ ਦੇ ਵਿੱਚ ਪੁਰਾਤਨ ਸਮੇਂ ਦੇ ਵਿੱਚ ਬਹੁਤ ਸਾਰੀਆਂ ਮੱਤਾਂ ਚੱਲੀਆਂ ਸਨ, ਜਿਨ੍ਹਾਂ ਦੇ ਵਿੱਚੋਂ ਕੁਝ ਮੱਤਾਂ ਸੀਗੀਆਂ, ਜੈਸੇ ਕੁਝ ਲੋਕ ਇਹ ਗੱਲ ਕਹਿੰਦੇ ਸਨ ਕਿ ਸਮਾਜ ਦੇ ਵਿੱਚ ਚੁੱਪ ਰਹਿਣਾ ਚਾਹੀਦਾ ਹੈ, ਬਹੁਤਾ ਬੋਲਣਾ ਨਹੀਂ ਚਾਹੀਦਾ। ਕੁਝ ਲੋਕ ਕਹਿੰਦੇ ਸਨ ਕਿ ਬੰਦੇ ਨੂੰ ਬਹੁਤਾ ਬੋਲਣਾ ਚਾਹੀਦਾ ਹੈ, ਚੁੱਪ ਨਹੀਂ ਰਹਿਣਾ ਚਾਹੀਦਾ। ਦੇਸ਼ ਦੇ ਵਿੱਚ ਇਹ ਮੱਤ ਚੱਲੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨੁੱਖ ਨੂੰ ਬੋਲਣਾ ਵੀ ਚਾਹੀਦਾ ਤੇ ਮਨੁੱਖ ਨੂੰ ਚੁੱਪ ਵੀ ਰਹਿਣਾ ਚਾਹੀਦਾ ਹੈ। ਇਨਕਾਰੀ ਤੇ ਗੁਰੂ ਨਾਨਕ ਮਹਾਰਾਜ ਨਹੀਂ ਹੋਏ ਕਿਸੇ ਗੱਲ ਤੋਂ। ਬੋਲਣਾ ਕਿੱਥੇ ਹੈ, ਚੁੱਪ ਕਿੱਥੇ ਰਹਿਣਾ ਹੈ, ਇਹ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੀ ਹੈ। ਤੋ ਜੇ ਇਹ ਗੱਲਾਂ ਵੀ ਗੁਰੂ ਨਾਨਕ ਮਹਾਰਾਜ ਨੂੰ ਸਮਝਾਉਣੀਆਂ ਸਾਨੂੰ ਪੈ ਰਹੀਆਂ ਨੇ, ਤਾਂ ਅਸੀਂ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਦੇ ਅੱਗੇ ਅਸੀਂ ਕੁਛ ਵੀ ਨਹੀਂ ਹਾਂ। ਬੋਲਣਾ ਕਿੱਥੇ ਹੈ, ਚੁੱਪ ਕਿੱਥੇ ਰਹਿਣਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀਐ। ਜੇ ਤੈਨੂੰ ਕੋਈ ਰੱਬ ਦਾ ਪਿਆਰਾ ਸੰਤ ਮਹਾਤਮਾ ਮਿਲਦਾ ਹੈ, ਉਹਦੇ ਬੋਲਾਂ ਨੂੰ ਸੁਣ ਤੇ ਕੁਛ ਉਹਨਾਂ ਨੂੰ ਕਹਿ, ਉੱਥੇ ਬੋਲ ਵੀ। ਜਿੱਥੈ ਬੋਲਣ ਹਾਰੀ ਹੈ, ਤਿੱਥੈ ਚੰਗੀ ਚੁੱਪ। ਜਿੱਥੇ ਤੈਨੂੰ ਪਤਾ ਹੈ ਕਿ ਮੈਂ ਇੱਥੇ ਹਾਰ ਜਾਵਾਂਗਾ, ਮੇਰੇ ਬੋਲ ਹਾਰ ਜਾਣਗੇ, ਉੱਥੇ ਗੁਰੂ ਨਾਨਕ ਮਹਾਰਾਜ ਕਹਿੰਦੇ ਤੂੰ ਚੁੱਪ ਕਰ ਜਾ, ਬੋਲੀ ਨਾ। ਸੰਸਾਰ ਦੇ ਵਿੱਚ ਇਹ ਮੱਤ ਚੱਲੀ ਸੀ, ਕੋਈ ਕਹਿੰਦਾ ਰੱਬ ਚੁੱਪ ਕਰਕੇ ਮੌਨ ਧਾਰ ਕੇ ਮਿਲਦਾ, ਕੋਈ ਕਹਿੰਦਾ ਬਹੁਤਾ ਬੋਲ ਕੇ ਰੱਬ ਮਿਲਦਾ ਹੈ।
ਸੰਸਾਰ ਵਿੱਚ ਇਹ ਮੱਤ ਚੱਲੀ ਸੀ। ਫਿਰ ਗੁਰੂ ਨਾਨਕ ਮਹਾਰਾਜ ਨੇ ਇਸ ਦੇਸ਼ ਨੂੰ ਸਮਝਾਇਆ ਹੈ ਕਿ ਤੁਸੀਂ ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ। ਤੇ ਇਹਦਾ ਮਤਲਬ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਜਿਹੜੀ ਪਵਿੱਤਰ ਗੁਰਬਾਣੀ ਹੈ, ਇਹ ਸਾਨੂੰ ਸਾਰਾ ਕੁਝ ਬੜੀ ਡਿਟੇਲ ਦੇ ਨਾਲ ਸਮਝਾਉਂਦੇ ਨੇ। ਫਿਰ ਮੱਤ ਚੱਲੀ ਸੀ ਇਸ ਦੇਸ਼ ਦੇ ਵਿੱਚ ਕਿ ਜੇ ਕਿਸੇ ਨੇ ਆਪਣੇ ਮਨ ਨੂੰ ਖੁਸ਼ ਕਰਨਾ ਹੋਵੇ ਤੇ ਜੋ ਕੁਛ ਵੀ ਮਨ ਚਾਹੁੰਦਾ ਹੈ ਇਹਨੂੰ ਉਹੀ ਕੁਛ ਦੇਈ ਜਾਓ। ਖਾਣ ਵਾਸਤੇ ਕੁਛ ਮੰਗਦਾ ਦੇ ਦਿਓ, ਪਹਿਨਣ ਵਾਸਤੇ ਕੁਛ ਮੰਗਦਾ ਦੇ ਦਿਓ। ਸੰਸਾਰ ਦੇ ਵਿੱਚ ਹਜੇ ਵੀ ਇਹ ਸੰਸਾਰ ਵਿੱਚ ਮੱਤ ਚੱਲਦੀ ਹੈ ਕਿ ਜੇ ਤੁਹਾਡਾ ਮਨ ਕਿਸੇ ਵਿਸ਼ੇ ਵਕਾਰਾਂ ਵੱਲ ਜਾਂਦਾ ਹੈ ਤੇ ਜਾਣ ਦਿਓ। ਹਜੇ ਵੀ ਮੱਤ ਚੱਲਦੀ ਹੈ, ਪਰ ਇਹ ਮਨ ਨੂੰ ਖੁਸ਼ ਰੱਖੋ। ਜੋ ਕੁਛ ਵੀ ਮਨ ਮੰਗਦਾ ਇਹਨੂੰ ਦੇਈ ਜਾਓ। ਫਿਰ ਇਸ ਦੀ ਜਿਹੜੀ ਭੁੱਖ ਹੈ ਉਹ ਮਿਟ ਜਾਂਦੀ ਹੈ। ਸੰਸਾਰ ਦੇ ਵਿੱਚ ਇਹ ਮੱਤ ਚੱਲੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਫਿਰ ਬਚਨ ਕੀਤੇ ਨੇ। ਆਪ ਜੀ ਜਪਜੀ ਸਾਹਿਬ ਦਾ ਸੁਣਦੇ ਆ ਨਾ ਅਸੀਂ, ਜਦੋਂ ਸ਼ੁਰੂਆਤ ਦੇ ਵਿੱਚ ਮੂਲ ਮੰਤਰ ਤੋਂ ਅਗਾਹਾਂ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਗੁਰੂ ਨਾਨਕ ਮਹਾਰਾਜ ਕਹਿੰਦੇ ਜਿਹਦਾ ਮਨ ਭੁੱਖਾ ਹੈ ਬੰਨਾ ਪੁਰੀਆਂ ਭਾਰ, ਜਿੰਨਾ ਵੀ ਤੁਸੀਂ ਇਹਨੂੰ ਦੇ ਸਕਦੇ ਹੋ ਦੇਈ ਜਾਓ। ਜੋ ਵੀ ਇਹ ਚਾਹੁੰਦਾ ਇਹਨੂੰ ਦੇਈ ਜਾਓ। ਮਹਾਰਾਜ ਕਹਿੰਦੇ ਇਹਦੀ ਭੁੱਖ ਨਹੀਂ ਕਦੇ ਮਿਟੇਗੀ। ਮਨ ਦੀ ਭੁੱਖ ਕਦੇ ਮਿਟੇਗੀ ਨਹੀਂ। ਇੱਕ ਤਨ ਦਾ ਭੁੱਖਾ ਹੁੰਦਾ ਹੈ, ਇੱਕ ਮਨ ਦਾ ਭੁੱਖਾ ਹੁੰਦਾ ਹੈ। ਮਨੁੱਖ ਨੇ ਆਪਣੇ ਮਨ ਨੂੰ ਤੇ ਕੀਏ ਦੀ ਭੁੱਖ ਮਿਟਾਉਣੀ ਸੀ, ਇਹ ਤੋਂ ਤਨ ਦੀ ਭੁੱਖ ਵੀ ਨਹੀਂ ਮਿਟਦੀ। ਤਨ ਵਾਸਤੇ ਵੀ ਚਾਹੀਦਾ। ਸੁਬਾਹ ਉੱਠਦੇ ਆ ਇਹਨੂੰ ਕੁਛ ਨਾ ਕੁਛ ਚਾਹੀਦਾ। ਥੋੜ੍ਹਾ ਦਿਨ ਚੜ੍ਹਿਆ ਫਿਰ ਇਹਨੂੰ ਖਾਣ ਨੂੰ ਪਰੌਂਠੇ ਚਾਹੀਦੇ ਨੇ। ਫਿਰ ਜਦੋਂ ਦਿਨ ਸਿਖਰ 'ਤੇ ਆਇਆ ਦੁਪਹਿਰ ਦੇ 12-1 ਵੱਜ ਗਏ ਫਿਰ ਵੀ ਖਾਣ ਨੂੰ ਚਾਹੀਦਾ, ਸ਼ਾਮ ਨੂੰ ਵੀ ਖਾਣ ਨੂੰ ਚਾਹੀਦਾ, ਵਿੱਚ ਦੀ ਹੋਰ ਵੀ ਕਈ ਵਸਤੂਆਂ ਖਾਏ। ਸਾਰਾ ਦਿਨ ਹੀ ਖਾਈ ਜਾਣਾ, ਸਾਰਾ ਦਿਨ ਹੀ ਖਾਈ ਜਾਣਾ। ਮਨੁੱਖ ਆਪਣੇ ਮਨ ਨੂੰ ਤਾਂ ਕੀ ਰਜਾਉਣਾ ਸੀ, ਇਹ ਤਨ ਨੂੰ ਰਜਾਉਣ 'ਤੇ ਲੱਗਿਆ ਹੋਇਆ। ਰੱਜਦਾ ਤਨ ਵੀ ਨਹੀਂ ਇਹ ਤੋਂ। ਕਿਉਂਕਿ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਆਤਮਿਕ ਬਲ ਬਖਸ਼ਿਆ ਨਾ, ਉੱਥੇ ਸਰੀਰ ਦੀ ਰਾਖੀ ਕਿਵੇਂ ਕਰਨੀ ਹੈ ਇਹ ਵੀ ਬੜੇ ਸੁਚੱਜੇ ਢੰਗ ਨਾਲ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਦੱਸਿਆ। ਸਰੀਰ ਦੀ ਰਾਖੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਸੁਭਾਏਮਾਨ ਸੀ। ਆਪ ਜੀ ਦਰਸ਼ਨ ਕਰਦੇ ਹੋ ਤੁਸੀਂ ਗੁਰਦੁਆਰਾ ਮੱਲ ਅਖਾੜਾ, ਉਹ ਮੱਲ ਅਖਾੜਾ ਗੁਰਦੁਆਰਾ ਜਿੱਥੇ ਨਾ, ਉੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਕੀਰਤਪੁਰ ਸਾਹਿਬ ਕੁਸ਼ਤੀਆਂ ਕਰਾਉਂਦੇ ਹੁੰਦੇ ਸੀ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਮੱਲ ਘਲਾਉਂਦੇ ਹੁੰਦੇ ਸੀ। ਪੁਰਾਣੇ ਜ਼ਮਾਨਿਆਂ ਦੇ ਵਿੱਚ ਹੁੰਦੇ ਸੀ ਨਾ ਮੱਲ ਘੁਲਦੇ। ਇਹ ਜਿਹੜਾ ਸੀ ਨਾਲ ਨਾਲ
ਇਹਨੂੰ ਫਿਜ਼ੀਕਲ ਟ੍ਰੇਨਿੰਗ ਕਹਿੰਦੇ ਨੇ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਨਾਲ ਨਾਲ ਚੱਲੀ ਹੈ ਫਿਜ਼ੀਕਲ ਟ੍ਰੇਨਿੰਗ। ਮੱਲ ਘਲਾਉਣੇ, ਅਖਾੜੇ ਲਾਉਣੇ, ਅਖਾੜਿਆਂ ਦੇ ਵਿੱਚ ਖੁਦ ਪਾਤਸ਼ਾਹ ਨੇ ਜਾ ਕੇ ਇਨਾਮ ਵੰਡਣੇ, ਇਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤੋਂ ਚੱਲਿਆ ਸੀ। ਅਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਕਮਾਲ ਕੀਤੀ ਇਸ ਗੱਲ ਦੇ ਵਿੱਚ। ਘੋੜ ਸਵਾਰੀ ਸਿਖਾਉਣੀ, ਤਲਵਾਰਾਂ ਚਲਾਉਣੀਆਂ ਸਿਖਾਉਣੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਕਦੇ ਐਵੇਂ ਸ਼ਹੀਦ ਹੋ ਗਏ ਸੀ। 392 ਫੱਟ ਲੱਗੇ ਸੀ ਬਾਬਾ ਅਜੀਤ ਸਿੰਘ ਨੂੰ। ਇੰਨੇ ਫੱਟ ਖਾਣ ਦੇ ਬਾਵਜੂਦ ਵੀ ਬਾਬਾ ਅਜੀਤ ਸਿੰਘ ਲੜਦਾ ਰਿਹਾ। ਫਿਜ਼ੀਕਲ ਟ੍ਰੇਨਿੰਗ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ। ਐਡੀ ਵੱਡੀ ਟ੍ਰੇਨਿੰਗ ਕਰਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਦੀ ਅਤੇ ਸਾਹਿਬਜ਼ਾਦਿਆਂ ਦੀ। ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਮੱਲ ਅਖਾੜਾ, ਮੱਲਾਂ ਦੀਆਂ ਕੁਸ਼ਤੀਆਂ ਕਰਾਉਂਦੇ, ਇਹ ਟ੍ਰੇਨਿੰਗ ਦਿੰਦੇ ਰਹੇ ਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵੇਲੇ ਮਸਕੀਨੀਆਂ ਪਹਿਲਵਾਨ ਹੋਇਆ, ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹੋ। ਸੁਖੀ ਵਸੈ ਮਸਕੀਨੀ ਆਪ ਨਿਵਾਰ ਤਲੇ, ਬਹੁਤ ਵੱਡਾ ਤਕੜਾ ਪਹਿਲਵਾਨ। ਜਿਹੜੀ ਸਰੀਰ ਦੀ ਟ੍ਰੇਨਿੰਗ ਸੀ, ਇਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਭ ਪਾਤਸ਼ਾਹੀਆਂ ਨੇ ਦਿੱਤੀ ਹੈ। ਸਰੀਰ ਦੀ ਟ੍ਰੇਨਿੰਗ, ਇਹਨੂੰ ਕਿੰਨਾ ਕਿੰਨਾ ਖਵਾਉਣਾ, ਕਿੰਨੇ ਕਿੰਨੇ ਸਮੇਂ 'ਤੇ ਖਵਾਉਣਾ, ਇਹ ਸਭ ਕੁਛ ਗੁਰੂ ਸਾਹਿਬ ਜੀ ਮਹਾਰਾਜ ਦੇ ਇਤਿਹਾਸ ਦੇ ਵਿੱਚ ਹੈ। ਅਤੇ ਹੁਣ ਮਨੁੱਖ ਨੇ ਆਪਣੇ ਮਨ ਨੂੰ ਤਾਂ ਕੀ ਰਜਾਉਣਾ ਸੀ, ਸਰੀਰ ਨੂੰ ਰਜਾਉਣ 'ਤੇ ਲੱਗਿਆ ਹੋਇਆ ਹੈ। ਸਾਰਾ ਦਿਨ ਖਾਈ ਜਾਣਾ, ਸਾਰਾ ਦਿਨ ਖਾਈ ਜਾਣਾ। ਉਹ ਵੀ ਕੋਈ ਇਹੋ ਜਿਹੀਆਂ ਵਸਤੂਆਂ ਤਾਂ ਹੁਣ ਸਮਾਜ ਦੇ ਵਿੱਚ ਰਹਿ ਨਹੀਂ ਗਈਆਂ ਵੀ ਜਿਹਦੇ ਨਾਲ ਸਰੀਰ ਨੂੰ ਕੋਈ ਤਾਕਤ ਮਿਲਦੀ ਹੋਵੇ। ਉਹ ਤਾਂ ਗੱਲਾਂ ਖਤਮ ਨੇ। ਖਾਣਾ ਵੀ ਉਹ ਹੈ ਜਿਹੜੇ ਖਾਣੇ ਦੇ ਵਿੱਚੋਂ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ, ਜਿਹੜੇ ਖਾਣੇ ਦੇ ਵਿੱਚ ਬਿਮਾਰੀਆਂ ਨੇ ਉਹ ਖਾਣਾ ਹੈ। ਦੋਨੇ ਡੰਗ ਦਾ ਭੋਜਨ ਤੇ ਦੋਨੇ ਡੰਗ ਦੇ ਭੋਜਨ ਦੇ ਵਿੱਚੋਂ ਸਰੀਰ ਨੂੰ ਤਾਕਤ ਮਿਲਣੀ ਸੀ, ਉਹ ਸਰੀਰ ਦੀ ਤਾਕਤ ਹੁਣ ਅੱਜ ਨਹੀਂ ਰਹੀ। ਨਾ ਹੀ ਕੋਈ ਭੋਜਨ ਛਕਦਾ। ਮਾਫ਼ ਕਰਨਾ, ਹੁਣ ਤਾਂ ਭੋਜਨ ਵੀ ਉਹ ਨਹੀਂ ਰਹਿ ਗਏ, ਉਹ ਨਹੀਂ ਰਹਿ ਗਏ ਹੁਣ ਭੋਜਨ। ਕਿੱਥੇ ਰਹਿ ਗਏ? ਜਿਹੜੀਆਂ ਘਰਾਂ ਦੇ ਵਿੱਚੋਂ ਜਿਹੜੇ ਭੋਜਨ ਦੀ ਬਦੌਲਤ ਤਾਕਤ ਮਿਲਣੀ ਸੀ, ਜਿਹਦੀ ਤਾਕਤ ਦੇ ਨਾਲ ਬੰਦੇ ਨੇ ਕੰਮ ਕਰਨਾ ਸੀ, ਤੇ ਘਰ ਦੇ ਵਿੱਚ ਹੈ ਹੀ ਨਹੀਂ। ਪੁਰਾਣੀ ਇੱਕ ਕਹਾਵਤ ਹੁੰਦੀ ਸੀ, ਪੁਰਾਣੀ, ਸ਼ਾਇਦ ਆਪ ਨੂੰ ਚੇਤੇ ਹੋਵੇ। ਉਹ ਕਹਾਵਤ ਹੁੰਦੀ ਸੀ, ਕਹਿੰਦੇ 100 ਚਾਚਾ ਇੱਕ ਪਿਓ, 100 ਬਿਮਾਰੀ ਤੇ ਇੱਕ ਘਿਓ। ਪੁਰਾਣੀ ਕਹਾਵਤ। 100 ਚਾਚਾ ਇੱਕ ਪਿਓ, 100 ਬਿਮਾਰੀ ਤੇ ਇੱਕ ਘਿਓ। ਜੇ ਇੱਕ ਪਾਸੇ 100 ਚਾਚਾ ਖੜਾ ਹੋਵੇ, ਇੱਕ ਪਿਓ ਦੀ ਰੀਸ ਨਹੀਂ ਕਰ ਸਕਦਾ। ਤੇ ਜੇ ਇੱਕ ਘਿਓ ਸਦਾ ਵਾਸਤੇ ਸਰੀਰ ਨੂੰ ਮਿਲਦਾ ਰਹੇ ਤੇ 100 ਬਿਮਾਰੀਆਂ ਸਰੀਰ ਦੇ ਨੇੜੇ ਨਹੀਂ ਆ ਸਕਦੀਆਂ। ਪੁਰਾਣੇ ਜ਼ਮਾਨੇ ਚੱਲਦਾ ਹੁੰਦਾ। ਹੁਣ ਤੇ ਲੋਕ ਜੀ ਸਰੱਸਾ ਕਰਦੇ ਨੇ ਆਪਣਾ। ਹੁਣ ਤਾਂ ਕਹਿੰਦੇ ਅਸੀਂ ਦੇਸੀ ਘਿਓ ਖਾਂਦੇ, ਪੈਕਟਾਂ 'ਚ ਬੰਦ ਸਾਡੇ ਘਰਾਂ ਦੇ ਵਿੱਚ ਪਹੁੰਚ ਜਾਂਦਾ ਹੈ। ਅਤੇ ਮਾਂ ਬਾਪ ਬੜੇ ਮਾਣ ਨਾਲ ਕਹਿੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਦੇਸੀ ਘਿਓ ਨਾਲ ਰੋਟੀ ਖਵਾਉਂਦੇ ਹਾਂ। ਭਲਿਓ, ਇਹ ਜਿੱਥੇ ਤੁਹਾਡਾ ਦੇਸੀ ਘਿਓ ਤਿਆਰ ਹੁੰਦਾ ਨਾ, ਉਹਨਾਂ ਦੇ ਘਰੇ ਚਾਹ ਵਾਸਤੇ ਮੁੱਲ ਦਾ ਦੁੱਧ ਆਉਂਦਾ ਹੈ। ਜਿਹੜੇ ਬੰਦੇ ਆਪ ਮੁੱਲ ਦਾ ਲਿਆ ਕੇ ਦੁੱਧ ਤੇ ਚਾਹ ਪੀਂਦੇ ਨੇ, ਉਹ ਤੁਹਾਡੇ ਬੱਚਿਆਂ ਵਾਸਤੇ ਦੇਸੀ ਘਿਓ ਕਿਵੇਂ ਤਿਆਰ ਕਰ ਰਹੇ ਨੇ? ਕਦੇ ਸੋਚਿਆ ਕਿਸੇ ਨੇ?
नहीं, वो जिहड़ा सीगा घर दे विच मक्खण घिओ तैयार होने पुराने जमानिਆਂ ਦੇ ਵਿੱਚ, ਉਹ ਤਾਂ ਸਾਰੇ ਦੇ ਸਾਰੇ चले गए घरों, घिओ ते चलिया गया, क्योंकि घिओ का दुध नूं इकट्ठे करना वाले देने, उन्होंने जमाना, उन्होंने रिड़कना, इन्ना काम घरां च कौन करे हुण, वो तो सारा बंद हो गया। हुण ते सीधा दुध पशुआं दे थल्लों चोया। पहली गल तो विरले वांझे घरां दे विच पशु रह गए, पशु रखण वास्ते कोई तैयार नहीं, तो सीधा डेयरी दे विच। ते जे सीधे डेयरी दे विच जाने आ ते डेयरी दे विचों पैसे फड़ के भी तो सीधे डॉक्टरां कोल ही जांदे ने, फिर पहुँचते ने ना। हुण ते कहावत बन गई, कहंदे डड्डा डेयरी, डेयरी चों पैसे फड़ो ते सीधा डड्डे डॉक्टर कोले पड़ाओ, गल खत्म। ये ते हाल हो गए साडे। ये कहावत सी, कहंदे 100 चाचा एक प्यो, 100 चाचा एक प्यो की रीस नहीं कर सकता, 100 बीमारी घर दे विच शरीर नूं नहीं खा सकती जे घर दे विच घिओ होवे तां। पुराने जमाने च सारा कुछ चलदा सी। हुण दुनिया जिहड़ी है, इन्हां ने अपणियां खुराकां छड्डियां होईयां ने, अपने तन नूं रजाउण ते लगे होए ने, कदे कुछ खांदे ने, कदे कुछ खांदे ने। गुरु नानक दा इह घर है ਜਿਹੜੇ घर ਦੇ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਤੂੰ ਆਪਣੇ ਸਰੀਰ ਨੂੰ ਫਿੱਟ ਕਿਵੇਂ ਰੱਖਣਾ, ਕਿਵੇਂ ਫਿੱਟ ਰੱਖਣਾ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਸਰੀਰਾਂ ਨੂੰ ਖੁਰਾਕਾਂ ਦੇਣੀਆਂ ਤੇ ਉਹਨਾਂ ਨੂੰ ਅਖਾੜਿਆਂ ਦੇ ਵਿੱਚ ਘਲਾਉਣਾ, ਘੋਲ ਕਰਵਾਉਣੇ, ਉਹਨਾਂ ਦੇ ਕੁਸ਼ਤੀਆਂ ਕਰਵਾਉਣੀਆਂ, ਕਿ ਜਿਨ੍ਹਾਂ ਦੇ ਸਰੀਰ ਰੱਜਦੇ ਹੁੰਦੇ ਸੀ ਉਹਨਾਂ ਤੋਂ ਫਿਰ ਘੋਲ ਕਰਾਉਣੇ, ਕੁਸ਼ਤੀਆਂ ਕਰਾਉਣੀਆਂ। ਉਹਨਾਂ ਦੇ ਜਿਹੜੇ ਸਰੀਰ ਦੀ એનર્ਜੀ ਹੁੰਦੀ ਸੀ ਨਾ, ਉਹ ਸਾਰੀ ਦੀ ਸਾਰੀ ਨਿਕਲਦੀ, ਖਾ ਪੀ ਕੇ ਕੰਮ ਕਰਦੇ, ਜ਼ੋਰ ਲੱਗਦਾ, ਇਹ ਜ਼ੋਰ ਲੱਗਦਾ ਸੀ। ਤੇ ਹੁਣ ਜਦੋਂ ਜ਼ੋਰ ਤਾਂ ਕਿਸੇ ਕੰਮ ਤੇ ਲੱਗਦਾ ਹੀ ਨਹੀਂ, ਕੰਮ ਤਾਂ ਹੁਣ ਰਹਿ ਹੀ ਨਹੀਂ ਗਏ, ਜੇ ਹੈਗੇ ਨੇ ਉਹ ਕਰਨੇ ਨਹੀਂ, ਅਸੀਂ ਕੰਮ ਤੇ ਹੁਣ ਰਹਿ ਹੀ ਨਹੀਂ ਗਏ। ਤੇ ਹੁਣ ਹਾਲ ਕੀ ਹੋਇਆ ਪਿਆ, ਹੁਣ ਹਾਲ ਹੋਇਆ ਪਿਆ ਕੁੱਤਿਆਂ ਵਾਲਾ। ਕੁੱਤੇ ਦੇ ਤੇ ਬੰਦੇ ਦੇ ਸਰੀਰ ਦੇ ਵਿੱਚ ਪਤਾ ਕੀ ਅੰਤਰ ਹੈ? ਕੁੱਤੇ ਦੇ ਸਰੀਰ ਦੇ ਵਿੱਚ ਜਿਹੜੇ ਸੁਰਾਖ ਹੁੰਦੇ ਨੇ ਨਾ, ਉਹ ਸਾਰੇ ਦੇ ਸਾਰੇ ਬੰਦ ਹੁੰਦੇ ਨੇ, ਖੁੱਲ੍ਹੇ ਨਹੀਂ ਹੁੰਦੇ। ਸਰੀਰ ਦੇ ਸਾਰੇ ਖੁਰਾਕ, ਕੁੱਤਾ ਕਦੇ ਤੁਹਾਨੂੰ ਜਦੋਂ ਵੀ ਉਹ ਭਾਵੇਂ ਤੁਰਿਆ ਜਾਂਦਾ ਹੋਵੇ, ਭਾਵੇਂ ਬੈਠਾ ਹੋਵੇ, ਜਿੰਨਾ ਚਿਰ ਮਰਜ਼ੀ ਬੈਠਾ ਰਹੇ, ਪਰ ਆਪਣੇ ਮੂੰਹ ਦੇ ਵਿੱਚੋਂ ਹੌਂਕਦਾ ਰਹਿੰਦਾ ਹੈ। ਕਦੇ ਕੁੱਤੇ ਦਾ ਮੂੰਹ ਬੰਦ ਦੇਖਿਆ? ਹੌਂਕਦਾ ਰਹਿੰਦਾ ਲਗਾਤਾਰ। ਕਾਰਨ ਕੀ ਹੈ ਕਿ ਜਿਹੜੀ ਉਹਦੇ ਸਰੀਰ ਦੀ એનર્ਜੀ ਹੈ ਨਾ, ਉਹ ਸਾਰੀ ਦੀ ਸਾਰੀ ਮੂੰਹ ਰਾਹੀਂ ਬਾਹਰ ਨਿਕਲਦੀ ਹੈ। ਇਸੇ ਲਈ ਜੇ ਬੰਦਾ ਕਿਸੇ ਦੇ ਦੰਦ ਮਾਰੇ ਤਾਂ 4 ਦਿਨਾਂ ਦੇ ਵਿੱਚ ਦੀ ਠੀਕ ਹੋ ਜੂ, ਪਰ ਜੇ ਕੁੱਤਾ ਬੰਦੇ ਦੇ ਦੰਦ ਮਾਰ ਜੇ, ਬੰਦਾ ਛੇਤੀ ਠੀਕ ਨਹੀਂ ਹੁੰਦਾ। ਕਾਰਨ ਕੀ ਹੈ ਕਿ ਉਹਦੇ ਸਰੀਰ ਦੇ ਵਿੱਚ ਇੰਨੀ ਜ਼ਹਿਰ ਜਿਹੜੀ ਹੈ, ਉਹ ਸਾਰੀ ਦੀ ਸਾਰੀ ਬਾਕੀ ਸਰੀਰ ਦੇ ਸਾਰੇ ਉਹਦੇ ਸੁਰਾਖ ਬੰਦ ਨੇ, ਇਕੱਲੇ ਮੂੰਹ ਰਾਹੀਂ ਨਿਕਲਣੀ ਹੈ ਐਨਰਜੀ। ਕੁੱਤਾ ਸਦਾ ਹੌਂਕਦਾ ਰਹਿੰਦਾ ਹੈ। ਤੇ ਕੁੱਤਾ ਜਿੰਨਾ ਮਰਜ਼ੀ ਭੱਜਿਆ ਆਉਂਦਾ ਹੋਵੇ, ਇੱਕੋ ਦਮ ਠੰਡੇ ਪਾਣੀ ਦੇ ਵਿੱਚ ਜੇ ਛਾਲ ਮਾਰ ਜੇ, ਉਹ ਬਿਮਾਰ ਨਹੀਂ ਹੁੰਦਾ, ਸੁਰਾਖ ਤਾਂ ਉਹਦੇ ਬੰਦ ਨੇ। ਪਰ ਜੇ ਬੰਦਾ ਕੰਮ ਧੰਦਾ ਕਰਦਾ ਕਰਦਾ ਇੱਕੋ ਦਮ ਠੰਡਾ ਪਾਣੀ ਪੀ ਜੇ, ਤੁਰਤ ਹੀ ਬਿਮਾਰ ਹੋ ਜਾਂਦਾ। ਇੱਕੋ ਦਮ ਇਸ਼ਨਾਨ ਕਰ ਲਏ, ਸਿਆਣੇ ਬੰਦੇ ਇੱਕੋ ਦਮ ਇਸ਼ਨਾਨ ਨਹੀਂ ਕਰਦੇ ਕੰਮ ਧੰਦਾ ਕਰਕੇ, ਕਿ 10 ਮਿੰਟ ਆਰਾਮ ਕਰਕੇ ਫੇਰ। ਕਾਰਨ ਕੀ ਹੈ ਕਿ ਸੁਰਾਖ ਜਿਹੜੇ ਨੇ ਬੰਦੇ ਦੇ ਤਾਂ ਸਾਰੇ ਸਰੀਰ ਦੇ ਖੁੱਲ੍ਹੇ ਹੋਏ ਨੇ, ਤੇ ਕੁੱਤੇ ਦੇ ਸਾਰੇ ਬੰਦ ਨੇ। ਤੇ ਮਨੁੱਖਾਂ ਦਾ ਵੀ ਤੇ ਹਾਲ ਇਹੀ ਹੋਇਆ ਪਿਆ। ਹੁਣ ਸਮੇਂ ਸਿਰ ਕੋਈ ਭੋਜਨ ਛਕਣਾ ਨਹੀਂ, ਟਾਈਮ ਸਿਰ ਭੋਜਨ ਛਕਣਾ ਨਹੀਂ, ਚੰਗਾ ਭੋਜਨ ਛਕਣਾ ਨਹੀਂ, ਤੇ ਕੁੱਤਿਆਂ ਵਾਲਾ ਹਾਲ ਹੋਇਆ ਪਿਆ ਸਭ ਦਾ। ਕੀ ਕੋਈ ਸਰੀਰਾਂ ਦੀ ਹਾਲ ਰਹਿ ਗਈ ਹੈ? ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਨਾਲ ਦੀ ਨਾਲ ਸਾਨੂੰ ਫਿਜ਼ੀਕਲ ਟ੍ਰੇਨਿੰਗ ਵੀ ਦਿੱਤੀ ਹੈ, ਵੀ ਸਰੀਰ ਨੂੰ ਫਿੱਟ ਕਿਵੇਂ ਰੱਖਣਾ ਤੁਸੀਂ ਆਪਣੇ ਆਪ ਨੂੰ। ਇਹ ਨਹੀਂ ਹੈ ਵੀ ਸਰੀਰ ਦੇ ਵਿੱਚ ਪਾਈ ਜਾਓ ਤੁਸੀਂ ਜਿੰਨੇ ਪਦਾਰਥ ਮਿਲਦੇ ਨੇ,
ਅਜੋਕੇ ਸਮੇਂ ਦਾ ਮਨੁੱਖ ਤੇ ਹਲਕੇ ਕੁੱਤਿਆਂ ਵਰਗਾ ਹੋਇਆ ਪਿਆ, ਜਿਹੜਾ ਕੁਛ ਮਿਲਦਾ ਉਹੀ ਖਾਈ ਜਾਂਦਾ, ਜਿਹੜਾ ਕੁਛ ਮਿਲ ਗਿਆ ਖਾਈ ਜਾਂਦਾ। ਗੁਰੂ ਸਾਹਿਬ ਨੇ ਸਾਨੂੰ ਸੁਚੇਤ ਕੀਤਾ ਇਹਨਾਂ ਗੱਲਾਂ ਤੋਂ ਕਿ ਜੋ ਕੁਛ ਤੈਨੂੰ ਮਿਲ ਜੇ ਉਹ ਸਾਰਾ ਕੁਛ ਤੂੰ ਖਾਣਾ ਨਹੀਂ ਹੈ, ਸਾਰਾ ਕੁਛ ਨਹੀਂ ਖਾਣਾ। ਚੇਤੇ ਰੱਖੀ ਕਿ ਆਪਣੇ ਸਰੀਰ ਨੂੰ ਫਿੱਟ ਰੱਖਣਾ। ਜੇ ਤੇਰਾ ਸਰੀਰ ਫਿੱਟ ਰਿਹਾ ਤੇ ਤੂੰ ਵੀ ਚੰਗਾ ਰਵੇਂਗਾ, ਵਰਨਾ ਤੇਥੋਂ ਕੁਛ ਨਹੀਂ ਹੋਣਾ। ਤੇ ਹੁੰਦਾ ਵੀ ਕੀ ਹੈ, ਇਹ ਟ੍ਰੇਨਿੰਗ ਨਾਲ ਨਾਲ ਦਿੱਤੀ ਹੈ ਗੁਰੂ ਸਾਹਿਬ ਜੀ ਮਹਾਰਾਜ ਨੇ। ਮਹਾਰਾਜ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਮੱਤ ਚੱਲੀ ਸੀ ਕਿ ਜੋ ਕੁਛ ਮਨ ਚਾਹੁੰਦਾ ਇਹਨੂੰ ਸਾਰਾ ਕੁਛ ਦੇਈ ਜਾਓ, ਦੇਈ ਜਾਓ। ਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ, ਇਹਨੂੰ ਸਾਰਾ ਕੁਛ ਨਾ ਦਿਓ। ਜੇ ਇਹਨੂੰ ਸਾਰਾ ਕੁਛ ਜੋ ਇਹਨੇ ਮੰਗਿਆ ਦੇ ਹੀ ਗਏ, ਇਹਦੇ ਨਾਲ ਤੁਹਾਡੇ ਸਰੀਰ ਨੂੰ ਬਿਮਾਰੀਆਂ ਲੱਗ ਜਾਣੀਆਂ ਨੇ, ਮਨ ਤੁਹਾਡਾ ਫਿਰ ਵੀ ਭੁੱਖਾ ਰਹਿ ਜਾਣਾ ਹੈ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਤੂੰ ਮਨ ਨੂੰ ਤਾਂ ਰਜਾਉਣ ਦੀਆਂ ਗੱਲਾਂ ਬਾਹਲੀਆਂ ਦੂਰ ਰਹਿ ਗਈਆਂ, ਤਾਂ ਤੁਹਾਨੂੰ ਰਜਾਉਣ ਤੇ ਲੱਗਿਆ ਹੋਇਆ ਬੰਦਾ, ਤੁਹਾਨੂੰ ਰਜਾਉਣ ਤੇ ਲੱਗਿਆ ਹੋਇਆ। ਤੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਾਨੂੰ ਜਪਜੀ ਸਾਹਿਬ ਦੀ ਸ਼ੁਰੂਆਤ ਦੇ ਵਿੱਚ ਕਿਹਾ, ਸਾਡੇ ਦੇਸ਼ ਦੇ ਵਿੱਚ ਇਹ ਮੱਤ ਚੱਲੀ। ਤੋ ਇਸ ਮੱਤ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਾਨੂੰ ਸੁਚੇਤ ਕੀਤਾ ਕਿ ਤੂੰ ਦੇਖੀ ਕਦੇ ਜੋ ਕੁਛ ਤੇਰਾ ਮਨ ਮੰਗੇ ਇਹ ਸਾਰਾ ਕੁਛ ਸਰੀਰ ਨੂੰ ਨਾ ਦੇ ਜੀ, ਵਰਨਾ ਇਹਦੇ ਵਿੱਚੋਂ ਬਿਮਾਰੀਆਂ ਪੈਦਾ ਹੋ ਜਾਣਗੀਆਂ। ਅੱਜ ਹੋ ਰਹੀਆਂ ਨੇ। ਡਾਕਟਰ ਵੈਦ ਹਕੀਮ ਸਾਨੂੰ ਸਾਰਾ ਕੁਛ ਕਹਿ ਦਿੰਦੇ ਨੇ ਵੀ ਆਹ ਵੀ ਛੱਡ ਦਿਓ, ਆਹ ਵੀ ਛੱਡ ਦਿਓ, ਆਹ ਵੀ ਛੱਡ ਦਿਓ, ਖਾਣਾ ਪੀਣਾ ਹੋ ਰਹੀਆਂ ਨੇ ਨਾ ਅੱਜ। ਜੋ ਕੁਛ ਅੱਜ ਦੇ ਸਮੇਂ ਦੇ ਵਿੱਚ ਚੱਲ ਰਿਹਾ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਬਹੁਤ ਲੰਮਾ ਸਮਾਂ ਇਹਨਾਂ ਗੱਲਾਂ ਦਾ ਪਹਿਲਾਂ ਪਤਾ ਸੀ। ਫਿਰ ਮੱਤ ਚੱਲੀ ਸਾਡੇ ਦੇਸ਼ ਦੇ ਵਿੱਚ ਕਿ ਮਨੁੱਖ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਾਡੇ ਦੇਸ਼ ਦੇ ਵਿੱਚ ਇਹ ਮੱਤ ਚੱਲੀ ਸੀ। ਮਨੁੱਖ ਸਿਆਣਾ ਹੋਵੇ, ਕਿੰਨਾ ਕੁ ਸਿਆਣਾ ਹੋਵੇ। ਮਨੁੱਖ ਸਿਆਣਾ ਜ਼ਰੂਰ ਹੋਵੇ, ਪਰ ਇੰਨਾ ਵੀ ਉਹ ਸਿਆਣਾ ਨਾ ਹੋਵੇ ਜਿਹੜਾ ਦੂਜਿਆਂ ਨੂੰ ਮੂਰਖੀ ਸਮਝੀ ਰੱਖੇ। ਸਿਆਣਪ ਤਾਂ ਸਾਰਿਆਂ ਦੇ ਕੋਲ ਹੈ, ਸਿਆਣਪ ਤੋਂ ਬਿਨਾਂ ਤਾਂ ਜ਼ਿੰਦਗੀ ਅਧੂਰੀ ਹੈ ਨਾ ਮਨੁੱਖ ਦੀ। ਸਾਰੇ ਤਰ੍ਹਾਂ ਦੀ ਸਿਆਣਪ ਮਨੁੱਖਤਾ ਦੇ ਕੋਲ ਹੋਵੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੇ ਤੇਰੇ ਕੋਲ ਸਿਆਣਪ ਹੈ ਤੇ ਉਹ ਇਹ ਹੋਵੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਿਹੜਾ ਮਾਰਗ ਤੇਰੇ ਵਾਸਤੇ ਕੀਤਾ ਹੈ, ਤੇ ਉਹ ਮਾਰਗ ਤੇ ਤੂੰ ਚੱਲ ਕੇ ਜਿਹੜਾ ਤੇਰੀ ਸਿਆਣਪ ਉਹ ਤੇਰੇ ਕੋਲ ਆਵੇਗੀ। ਇਹ ਸਿਆਣਪ ਕਿਸੇ ਹਰੇਕ ਨੂੰ ਨਹੀਂ ਮਿਲਣੀ, ਹਰੇਕ ਨੂੰ ਇਹ ਨਹੀਂ ਮਿਲਣੀ। ਕਿਉਂਕਿ ਜਿਹੜੀ ਸਿਆਣਪ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਨੇ ਕਿ ਮੱਤ ਚੱਲੀ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਮਨੁੱਖ ਬਹੁਤ ਸਿਆਣਾ ਹੋਵੇ। ਤੇ ਸਿਆਣੇ ਤਾਂ ਉਹਨਾਂ ਸਮਿਆਂ ਦੇ ਲੋਕ ਸੀਗੇ, ਬਹੁਤ ਸਾਰੇ ਸਿਆਣੇ ਸੀ ਉਹਨਾਂ ਸਮਿਆਂ ਦੇ ਵਿੱਚ। ਕਿਉਂਕਿ ਜੇ ਅੱਜ ਤੋਂ 100 ਸਾਲ ਪਿਛਾਂਹ ਚਲੇ ਜਾਈਏ, ਜੇ ਉਦੋਂ ਨਗਰ ਖੇੜਿਆਂ ਕਸਬਿਆਂ 'ਤੇ ਅਸੀਂ ਨਜ਼ਰ ਮਾਰੀਏ ਤੇ ਲੋਕ ਬੜੇ ਸਿਆਣੇ ਸੀ। ਅਜੋਕੇ ਸਮੇਂ ਦੇ ਵਿੱਚ ਤੇ ਹੱਥਾਂ ਨੂੰ ਹੱਥ ਖਾ ਰਹੇ ਨੇ, ਸੱਜਾ ਹੱਥ ਖੱਬੇ ਨੂੰ ਖਾ ਰਿਹਾ ਤੇ ਖੱਬਾ ਹੱਥ ਸੱਜੇ ਨੂੰ ਖਾ ਰਿਹਾ। ਉਹਨਾਂ ਸਮਿਆਂ ਦੇ ਵਿੱਚ ਕਦੇ ਹੁੰਦਾ ਸੀ? ਖੈਰ, ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਿਹੜੀਆਂ ਇਹ ਸਾਡੇ ਦੇਸ਼ ਦੇ ਵਿੱਚ ਜਿੰਨੀਆਂ ਮੱਤਾਂ ਚੱਲੀਆਂ, ਉਹ ਸਾਰੀ ਦੀਆਂ ਸਾਰੀਆਂ ਮੱਤਾਂ ਦੇ ਨਾਲ ਸਹਿਮਤ ਹੋ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਉਹਨਾਂ ਦੇ ਵਿੱਚੋਂ ਇੱਕ ਰਸਤਾ ਕੱਢਿਆ ਸੀ। ਉਹਨਾਂ ਦੇ ਵਿੱਚੋਂ ਇੱਕ ਰਸਤਾ ਕੱਢਿਆ ਸੀ ਤੇ ਮੱਤ ਚੱਲੀ ਸੀ ਸਾਡੇ ਦੇਸ਼ ਦੇ ਲੋਕਾਂ ਦੇ ਅੰਦਰ ਕਿ ਜਿਨ੍ਹਾਂ ਦੇ ਕੋਲ ਭਾਈ ਮਾਇਆ ਹੈਗੀ ਹੈ, ਇਹ ਮਾਇਆ ਬਹੁਤੀ ਨਾ ਸਾਂਭ ਕੇ ਰੱਖਿਓ, ਤੁਹਾਡੇ ਡੰਗ ਮਾਰੇਗੀ। ਮੱਤ ਚੱਲੀ ਸੀ। ਇਹ ਜਿਹੜੇ ਲੋਕ ਹੁੰਦੇ ਸੀ ਨਾ ਪੁਰਾਣੇ ਸਮਿਆਂ ਦੇ ਬਾਹਮਣਵਾਦ ਦੇ ਲੋਕ, ਉਹ ਇਹੋ ਜਿਹੀਆਂ ਗੱਲਾਂ ਦੀ ਸ਼ੁਰੂਆਤ ਦੇਸ਼ ਦੇ ਵਿੱਚ ਕਰਦੇ ਸੀ। ਚਲੋ ਉਹਨਾਂ ਸਮਿਆਂ ਨੂੰ ਛੱਡ ਦਿਓ।
ਬਾਮਨ ਮੱਤ ਦੀਆਂ ਹਜੇ ਤੱਕ ਵੀ 90% ਗੱਲਾਂ ਸਾਡੇ ਘਰਾਂ ਦੇ ਵਿੱਚ ਚੱਲਦੀਆਂ ਨੇ। 90%। ਸ਼ਾਇਦ ਹੋ ਸਕਦਾ ਹੈ ਕਿ ਮੈਂ ਇਹਨਾਂ ਨੂੰ ਘੱਟ ਕਹਿ ਰਿਹਾ ਹਾਂ, ਘੱਟ ਕਹਿ ਰਿਹਾ, ਵੱਧ ਵੀ ਹੋ ਸਕਦੀਆਂ ਨੇ। ਇਦੋਂ ਘੱਟ ਨਹੀਂ ਹੈ, 90 ਤੋਂ ਘੱਟ ਨਹੀਂ ਹੈ, ਵੱਧ ਹੋ ਸਕਦੀਆਂ ਨੇ। ਉਹ ਹਜੇ ਤੱਕ ਵੀ ਸਾਡੇ ਇਹਨਾਂ ਘਰਾਂ ਦੇ ਵਿੱਚ, ਸਾਡੇ ਜ਼ਿੰਦਗੀ ਦੇ ਜੀਵਨ ਕਾਲ ਦੇ ਅੰਦਰ ਹਜੇ ਤੱਕ ਵੀ ਚੱਲ ਰਹੀਆਂ ਨੇ। ਤੋ ਜਿੰਨਾ ਕੁਛ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਸ ਜਗਤ ਦੇ ਵਿੱਚ ਜਦੋਂ ਵੀ ਆਏ ਮਹਾਰਾਜ ਜੀ, ਤੇ ਮਹਾਰਾਜ ਜੀਆਂ ਨੇ ਇਹਨਾਂ ਨੂੰ ਖੰਡਨ ਕੀਤਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਚੱਲੀ ਹੋਈ ਮੱਤ ਹਜੇ ਤੱਕ ਵੀ ਬਹੁਤ ਸਾਰੇ ਕਹਿੰਦੇ ਨੇ ਕਿ ਮਾਇਆ ਡੰਗ ਮਾਰਦੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਬੋਲ ਸੁਣ ਲਿਓ, ਜਿਹੜੇ ਕਹਿੰਦੇ ਆ ਨਾ ਮਾਇਆ ਡੰਗ ਮਾਰਦੀ ਹੈ, ਮਾਇਆ ਦਾ ਬੰਦਾ ਲਾਲਚ ਕਰਦਾ, ਬੰਦਾ ਇਹ ਕਰਦਾ। ਕਹਿੰਦੇ ਆ ਨਾ ਅਸੀਂ ਇੱਕ ਦੂਜੇ ਨੂੰ, ਮਾਨ ਮੰਗੋ ਤਾਨ ਮੰਗੋ, ਧਨ ਲక్ష్ਮੀ ਸੁੱਤ ਦੇਹ। ਗੁਰਬਾਣੀ ਦਾ ਇਹ ਸ਼ਬਦ ਹੈ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ। ਮਾਨ ਮੰਗੋ ਤਾਨ ਮੰਗੋ, ਧਨ ਲక్ష్ਮੀ ਸੁੱਤ ਦੇਹ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਕਾਲ ਪੁਰਖ ਤੋਂ ਮੰਗਦੇ ਨੇ ਕਿ ਇਹ ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ, ਜਿਹੜੀ ਲక్ష్ਮੀ ਹੈ ਇਹ ਮਾਇਆ ਹੈ, ਮਾਨ ਮੰਗੋ। ਅਸੀਂ ਤੁਹਾਥੋਂ ਮਾਨ ਮੰਗਦੇ ਹਾਂ, ਤਾਨ ਮੰਗੋ, ਤਾਨ ਵੀ ਮੰਗਦੇ ਹਾਂ, ਤਾਨ ਭਵ ਤਨ, ਧਨ ਲక్ష్ਮੀ ਸੁੱਤ ਦੇਹ। ਅਸੀਂ ਤੁਹਾਥੋਂ ਧਨ ਵੀ ਮੰਗਦੇ ਹਾਂ, ਕੱਲਾ ਧਨ ਨਹੀਂ, ਸੁੱਤ ਦੇਹ। ਸੁੱਤ ਨਾਮ ਗੁਰਬਾਣੀ ਦੇ ਵਿੱਚ ਪੁੱਤਰ ਦਾ ਹੈ, ਪੁੱਤਰ ਦਾ ਹੈ। ਧਨ ਲక్ష్ਮੀ ਸੁੱਤ ਦੇਹ। ਐ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਅਕਾਲ ਪੁਰਖ ਅਸੀਂ ਤੁਹਾਥੋਂ ਮੰਗਦੇ ਹਾਂ ਕਿ ਸਾਨੂੰ ਧਨ ਵੀ ਦੇ ਤੇ ਸਾਨੂੰ ਪੁੱਤਰ ਵੀ ਦੇ। ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੰਗਦੇ ਨੇ, ਅਸੀਂ ਨਹੀਂ ਮੰਗ ਸਕਦੇ। ਮਾਨ ਮੰਗੋ ਤਾਨ ਮੰਗੋ, ਧਨ ਲక్ష్ਮੀ ਸੁੱਤ ਦੇਹ। ਇਹ ਪਰਮਾਤਮਾ ਇਹ ਸਾਰਾ ਕੁਛ ਸਾਨੂੰ ਦੇ। ਇਹ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈ, ਬਾਹਰੀ ਜ਼ਿੰਦਗੀ ਜਿਹੜੀ ਹੈ ਅਧੂਰੀ ਜ਼ਿੰਦਗੀ ਮੰਨੀ ਗਈ ਹੈ। ਪੁੱਤਰ ਤੋਂ ਬਿਨਾਂ ਬਾਹਰੀ ਜ਼ਿੰਦਗੀ ਅਧੂਰੀ ਹੈਗੀ ਹੈ, ਤੇ ਧਨ ਤੋਂ ਬਿਨਾਂ ਤਾਂ ਹੈਗੀ। ਉਹ ਤਾਂ ਸਾਨੂੰ ਪਤਾ ਹੀ ਹੈ ਕਿ ਧਨ ਜਿਨ੍ਹਾਂ ਦੇ ਕੋਲ ਹੈ ਨਹੀਂ, ਉਹ ਵਿਚਾਰੇ ਇਕੱਲੀਆਂ ਆਸਾਂ ਦੇ ਸਿਰ 'ਤੇ ਜਿਉਂ ਲੈਂਦੇ ਨੇ, ਉਹਨਾਂ ਨੂੰ ਮਿਲਦਾ ਤਾਂ ਕੁਛ ਹੈ ਹੀ ਨਹੀਂ। ਜਿਹੜੇ ਗਰੀਬ ਨੇ, ਜਿਹੜੇ ਬਾਹਰੋਂ ਗਰੀਬ ਨੇ, ਬਾਹਰਲੀ ਜ਼ਿੰਦਗੀ ਤੇ ਧਨ ਤੋਂ ਬਿਨਾਂ ਨਰਕ ਜ਼ਿੰਦਗੀ ਹੈ, ਨਰਕ ਭਰੀ ਜ਼ਿੰਦਗੀ ਨਿਕਲ ਜਾਂਦੀ ਹੈ। ਹਾਂ, ਇਹਦੇ ਵਿੱਚ ਗੁਰੂ ਨਾਨਕ ਨੇ ਇੱਕ ਰਸਤਾ ਕੱਢਿਆ। ਹੁਣ ਕਿਤੇ ਇਹ ਵੀ ਨਾ ਹੋਵੇ, ਕਿਉਂਕਿ ਅਸੀਂ ਦੂਜੇ ਪਾਸੇ ਜ਼ਿਆਦਾ ਲੱਗ ਜਾਂਦੇ ਨੇ ਵੀ ਰੱਬ ਦੇ ਕੋਲੇ ਆਈਏ ਤੇ ਰੱਬ ਤੋਂ ਪੈਸੇ ਮੰਗੀ ਜਾਈਏ, ਪੈਸੇ ਦੇ ਦੇ, ਪੈਸੇ ਦੇ ਦੇ। ਮਹਾਰਾਜ ਕਹਿੰਦੇ ਤੈਨੂੰ ਮੰਗਤਾ ਬਣਾ ਕੇ ਥੋੜ੍ਹਾ ਭੇਜਿਆ ਸੀ ਜਗਤ ਦੇ ਵਿੱਚ। ਪੁੱਤਰੀ ਮੰਗੀ ਜਾਈਏ, ਪੁੱਤਰੀ ਮੰਗੀ ਜਾਈਏ ਲਗਾਤਾਰ। ਠੀਕ ਹੈ, ਜੇ ਤੇਰੇ ਕੋਲ ਹੈ ਹੀ ਨਹੀਂ ਤੇ ਮੰਗ, ਪਰ ਜੇ ਤੈਨੂੰ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਤੇ ਫਿਰ ਸ਼ੁਕਰਾਨੇ ਦੇ ਵਿੱਚ ਵੀ ਰਿਹਾ ਕਰ। ਕੋਈ ਘਰ ਤੇ ਭਾਵੇਂ ਹੋਵੇ, ਵਰਨਾ ਰੱਬ ਨੇ ਸਭ ਨੂੰ ਬਰਕਤਾਂ ਦਿੱਤੀਆਂ ਹੋਈਆਂ ਨੇ। ਖੈਰ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇੱਕ ਰਸਤਾ ਕੱਢਿਆ ਕਿ ਜਿੰਨਾ ਵੀ ਤੁਸੀਂ ਮੰਗਣਾ ਇਹ ਪਰਮਾਤਮਾ ਤੋਂ ਮੰਗੋ, ਪਰ ਇੰਨਾ ਵੀ ਨਾ ਮੰਗੋ ਕਿ ਸਾਰੀ ਜ਼ਿੰਦਗੀ ਮੰਗਦੇ ਹੀ ਰਹਿ ਜਾਓ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਅਕਾਲ ਪੁਰਖ ਮਹਾਰਾਜ ਜੀਆਂ ਨੇ ਮਾਨ ਮੰਗੋ ਤਾਨ ਮੰਗੋ, ਧਨ ਲక్ష్ਮੀ ਸੁੱਤ ਦੇਹ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਬੋਲ ਨੇ ਕਿ ਇਹਦੇ ਵਿੱਚ ਬਾਹਰੀ ਜ਼ਿੰਦਗੀ ਅਤੇ ਜਿਹੜੀ ਅੰਦਰੂਨੀ ਜ਼ਿੰਦਗੀ, ਇਹਦੇ ਵਿਚਕਾਰ ਦਾ ਇੱਕ ਰਸਤਾ ਹੈ। ਉਹ ਰਸਤਾ ਹੈ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਰਬਾਬ ਲੈਣੀ ਸੀ। ਰਬਾਬ ਹੁਣ ਪਤਾ ਸੀ ਕਿ ਬਾਹਰੀ ਜ਼ਿੰਦਗੀ ਦੇ ਵਿੱਚ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ 2 ਰੁਪਈਏ ਵੀ ਨਹੀਂ ਸੀ।
2 ਰੁਪਈਆਂ ਦੀ ਰਬਾਬ ਆਉਣੀ ਸੀ। 2 ਰੁਪਈਏ ਨਹੀਂ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਕੋਲ। ਮਾਤਾ ਤੋਂ ਮੰਗਦੇ ਨੇ। ਪਤਾ ਸੀ ਨਾ ਕਿ ਪਿਤਾ ਨੇ ਤਾਂ ਦੇਣੇ ਨਹੀਂ। ਉਹਨਾਂ ਨੇ ਤੇ ਕਹਿੰਦੇ ਜਿਹੜੇ ਪਹਿਲਾਂ 20 ਰੁਪਈਏ ਗਵਾ ਕੇ ਆਏ ਆ ਤੇ ਹੁਣ ਇਹ 2 ਰੁਪਈਏ ਵੀ ਗਵਾ ਦੇਵੇਂਗਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਦੋਂ 2 ਰੁਪਈਆਂ ਦੀ ਰਬਾਬ ਮੰਗਾਈ ਤੇ ਆਪਣੀ ਮਾਤਾ ਤੋਂ 2 ਰੁਪਈਏ ਮੰਗ ਕੇ ਲੈਤੇ ਸੀ ਕਿ ਮੇਰੇ ਕੋਲ 2 ਰੁਪਈਏ ਨਹੀਂ ਹੈ। ਮਾਂ ਤੋਂ ਮੰਗ ਕੇ 2 ਰੁਪਈਏ ਫੇਰ ਭਾਈ ਮਰਦਾਨੇ ਨੂੰ ਭੇਜਿਆ ਸੀ ਕਿ ਤੂੰ ਰਬਾਬ ਲੈ ਕੇ ਆ। ਬਾਹਰੀ ਜ਼ਿੰਦਗੀ ਦੇ ਵਿੱਚ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਕੋਲ ਬਹੁਤੇ ਰੁਪਈਏ ਨਹੀਂ ਸੀ। ਅੰਦਰੂਨੀ ਜ਼ਿੰਦਗੀ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਬਹੁਤ ਕੁਝ ਸੀਗਾ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸਾਨੂੰ ਜਿਹੜੀਆਂ ਇਹ ਸਾਖੀ ਪ੍ਰਮਾਣ ਅਸੀਂ ਗੁਰੂ ਨਾਨਕ ਦੇ ਬੋਲਾਂ ਨੂੰ ਸੁਣਦੇ ਹਾਂ, ਉਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਾਨੂੰ ਇਸ ਗੱਲ ਤੋਂ ਸੁਚੇਤ ਕੀਤਾ ਹੈ ਕਿ ਜੇ ਬਾਹਰੀ ਤੇਰੇ ਕੋਲ ਧਨ ਬਹੁਤਾ ਨਾ ਹੋਇਆ ਤੇ ਤੂੰ ਆਪਣੀ ਜ਼ਿੰਦਗੀ ਬੜੇ ਆਸਾਨ ਤਰੀਕੇ ਦੇ ਨਾਲ ਬਤੀਤ ਕਰ ਲਵੇਂਗਾ, ਪਰ ਜੇ ਤੇਰੇ ਕੋਲ ਅੰਦਰ ਦੀ ਜ਼ਿੰਦਗੀ ਨਾ ਹੋਈ ਫਿਰ ਮਹਾਰਾਜ ਕਹਿੰਦੇ ਬਾਹਰ ਤਾਂ ਜਿੱਡੇ ਵੱਡੇ ਮਰਜੀ ਮਹਿਲ ਬਣਾ ਨਹੀਂ, ਮਹਾਰਾਜ ਕਹਿੰਦੇ ਸੁੱਖ ਦਾ ਦਿਨ ਨਹੀਂ ਕੋਈ ਦੇਖ ਸਕਦਾ ਤੂੰ, ਕਿਉਂਕਿ ਮਾਇਆ ਦੇ ਨਾਲ ਜਿੰਨੇ ਬਾਹਰੀ ਜ਼ਿੰਦਗੀ ਦੇ ਕੰਮ ਨੇ ਉਹ ਸਾਰੇ ਦੇ ਸਾਰੇ ਮਾਇਆ ਦੇ ਨਾਲ ਹੋਣੇ ਨੇ, ਮਾਇਆ ਕਰਕੇ ਹੋਣੇ ਨੇ। ਜਿੰਨੇ ਵੀ ਅਸੀਂ ਬਾਹਰ ਕੰਮ ਕਰਦੇ ਹਾਂ, ਜਿੰਨੇ ਵੀ ਬਾਹਰ ਕੰਮ ਕਰਦੇ ਹਾਂ ਅਸੀਂ, ਇਹ ਸਭ ਦੇ ਸਭ ਮਾਇਆ ਕਰਕੇ ਹੋਣੇ ਨੇ। ਜਿਨ੍ਹਾਂ ਕੋਲ ਜਿੰਨੀ ਮਾਇਆ ਹੈ ਉਹਨਾਂ ਦੇ ਕੋਲ ਓਨੀਆਂ ਉਹਨਾਂ ਦੇ ਘਰਾਂ ਦੇ ਵਿੱਚ ਸਹੂਲਤਾਂ ਪੈਦਾ ਕੀਤੀਆਂ ਹੋਈਆਂ ਨੇ। ਜਿਨ੍ਹਾਂ ਕੋਲ ਜਿੰਨੀ ਮਾਇਆ ਹੈਗੀ ਹੈ, ਬਾਹਰੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਧਨ ਕਰਕੇ ਮਿਲਣਾ ਹੈ, ਅੰਦਰੂਨੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਧਨ ਕਰਕੇ ਨਹੀਂ ਮਿਲਣਾ। ਇਹ ਤਾਂ ਫਿਰ ਗੁਰੂ ਸਾਹਿਬ ਜੀ ਮਹਾਰਾਜ ਦੇ ਬੋਲ ਨੇ ਕਿ ਜੇ ਤਾਂ ਤੁਸੀਂ ਚੰਨ ਘੰਟਿਆਂ ਵਾਸਤੇ ਸੁਖੀ ਰਹਿਣਾ ਚਾਹੁੰਦੇ ਹੋ ਕਿ ਥੋੜੇ ਕੁ ਟਾਈਮ ਵਾਸਤੇ ਸੁਖੀ ਹੋ ਜਾਈਏ, ਤਾਂ ਮਹਾਰਾਜ ਕਹਿੰਦੇ ਮਾਇਆ ਦੇ ਪਸਾਰੇ ਕਰਕੇ ਜੋ ਤੁਸੀਂ ਪੈਦਾ ਕਰਨਾ ਕਰ ਸਕਦੇ ਹੋ। ਤੁਹਾਨੂੰ ਚੰਨ ਦਿਨਾਂ ਦੀ ਖੁਸ਼ੀ ਮਿਲ ਸਕਦੀ ਹੈ, ਚਲੋ ਨਾ ਬਾਤਾ ਕੋਈ ਸਾਲ 2 ਸਾਲ ਸੌਖੇ ਰਹਿ ਸਕਦੇ ਹੋ, ਐਦੋਂ ਵੱਧ ਨਹੀਂ। ਵੈਸੇ ਤਾਂ ਕੋਈ ਵੀ ਸੁੱਖ ਇਹੋ ਜਿਹਾ ਨਹੀਂ ਹੈ ਜਿਹਦੇ ਵਿੱਚ ਦੁੱਖ ਨਾ ਛੁਪਿਆ ਹੋਵੇ। ਕੋਈ ਵੀ ਦੁਨੀਆ ਦਾ ਸੁੱਖ ਐਸਾ ਨਹੀਂ ਹੈ ਜਿਹਦੇ ਵਿੱਚ ਦੁੱਖ ਨਾ ਹੋਵੇ। ਅਸੀਂ ਘਰ ਮਕਾਨ ਬਣਾਉਂਦੇ ਹਾਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ, ਰੱਬ ਦਾ ਨਾਮ ਲੈਂਦੇ ਹਾਂ, ਪੁੰਨ ਦਾਨ ਕਰਦੇ ਹਾਂ, ਬੜਾ ਕੁਛ ਕਰਦੇ ਹਾਂ, ਬੜੇ ਸੁੱਖਾਂ ਦੇ ਨਾਲ ਘਰ ਪਾਉਂਦੇ ਹਾਂ। ਉਹੀ ਘਰ ਹੁੰਦਾ, ਉਹਦੇ ਵਿੱਚ ਵੀ ਤਾਂ ਦੁੱਖ ਆ ਹੀ ਜਾਂਦੇ ਨੇ। ਘਰ ਤੇ ਉਹੀ ਹੁੰਦਾ, ਬੰਦਾ ਕਹਿ ਦਿੰਦਾ ਮੈਂ ਤੇ ਆਪਦੇ ਘਰੇ ਬੈਠਾ ਬੜਾ ਦੁਖੀ ਹਾਂ। ਤਾਂ ਇਸ ਤੋਂ ਮਤਲਬ ਹੈ ਕਿ ਜਿਹੜਾ ਘਰ ਅਸੀਂ ਸੁੱਖਾਂ ਦੀ ਖਾਤਰ ਪਾਇਆ ਸੀ, ਉਹ ਘਰ ਦੇ ਵਿੱਚ ਸੁੱਖ ਵੀ ਅਨੇਕਾਂ ਸੀ ਤੇ ਉਹਦੇ ਵਿੱਚ ਦੁੱਖ ਵੀ ਛੁਪੇ ਹੋਏ ਸੀ। ਬਸ ਇਹ ਬੰਦਾ ਬਾਬੇ ਨਾਨਕ ਦੇ ਨਾਲ ਗੱਲਾਂ ਕਰਨੀਆਂ ਨੇ ਬੰਦ ਕਰ ਦਿੱਤੀਆਂ, ਵਰਨਾ ਗੁਰੂ ਨਾਨਕ ਮਹਾਰਾਜ ਨੇ ਇਹਨੂੰ ਸਾਰਾ ਕੁਝ ਦੱਸ ਦੇਣਾ ਸੀ। ਉਹਦੇ ਵਿੱਚ ਛੁਪਿਆ ਹੋਇਆ ਸੀ ਦੁੱਖ, ਪਰ ਮਨੁੱਖ ਹਮੇਸ਼ਾ ਸੁੱਖ ਦਾ ਸੰਗੀ ਹੈ ਕਿ ਸੁੱਖ ਮਿਲੀ ਜਾਣ, ਸੁੱਖ ਮਿਲੀ ਜਾਣ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਕੋਈ ਵੀ ਜਗ੍ਹਾ ਬਾਹਰੀ ਜਿੰਨੀ ਹੈ ਉਹ ਬਿਨਾਂ ਦੁੱਖਾਂ ਤੋਂ ਨਹੀਂ ਹੈ, ਸਾਰੇ ਸੁੱਖਾਂ ਦੇ ਵਿੱਚ ਦੁੱਖ ਸਮਾਏ ਹੋਏ ਨੇ ਤੇ ਸਾਰੇ ਦੁੱਖਾਂ ਦੇ ਵਿੱਚ ਸੁੱਖ ਸਮਾਏ ਹੋਏ ਨੇ। ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰਿਆ ਜਾਏ ਮਨੁੱਖ, ਸਪਸ਼ਟੀ ਕਰਤਾ ਗੁਰਬਾਣੀ ਨੇ। ਇਹ ਤਾਂ ਸੁੱਖ ਤੇ ਦੁੱਖ ਦੇ ਦੋ ਕੱਪੜੇ ਨੇ, ਕਦੇ ਸੁੱਖ ਦੇ ਪਾ ਲੈਣਾ, ਕਦੇ ਦੁੱਖ ਦੇ ਪਾ ਲੈਣਾ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਜਿੰਨੀਆਂ ਵੀ ਸੰਸਾਰ ਦੇ ਵਿੱਚ ਮੱਤਾਂ ਚੱਲੀਆਂ ਨੇ, ਸੰਸਾਰ ਵਿੱਚ ਮੱਤ ਚੱਲਦੀ ਹੁੰਦੀ ਸੀ ਸਾਡੇ। ਅਸੀਂ ਜਪਜੀ ਸਾਹਿਬ ਦਾ ਪੜ੍ਹਦੇ ਹਾਂ ਨਾ, ਸਾਰੇ ਨਿੱਤ ਪੜ੍ਹਦੇ ਹਾਂ ਕਿ ਅਸੀਂ ਗੁਰੂ ਦੇ ਘਰ ਦੇ ਵਿੱਚ ਨਿੱਤ ਜਪਜੀ ਸਾਹਿਬ ਦਾ ਉਚਾਰਨ ਕਰਦੇ ਹਾਂ। ਗੁਰੂ ਦੇ ਘਰ ਨੂੰ ਇਕੱਲਾ ਇੰਨਾ ਕੀ ਨਾ ਸਮਝਿਆ ਕਰੋ ਕਿ ਇਹਦੇ ਵਿੱਚ ਜੀ ਹਾਂ ਤੜਕੇ ਉੱਠ ਕੇ 5 ਬਾਣੀਆਂ ਦਾ ਨਿਤਨੇਮ ਹੋਣਾ ਚਾਹੀਦਾ, ਇੱਥੋਂ ਤੱਕ ਹੀ ਨਾ ਸਹਿਮਤ ਰਿਹਾ ਕਰੋ। ਜੇ ਅਸੀਂ ਲੱਖਾਂ ਕਰੋੜਾਂ ਰੁਪਈਏ
ਲੰਗਰਾਂ ਮੰਦਰਾਂ 'ਤੇ ਲਾਉਂਦੇ ਆ ਨਾ, ਲਾਉਂਦੇ ਆ ਲੱਖਾਂ ਕਰੋੜਾਂ ਰੁਪਈਏ। ਚਲੋ ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਫਿਰ ਆਪਣਾ ਘਰ-ਬਾਰ ਬੱਚਿਆਂ ਨੂੰ ਵੀ ਛੱਡ ਕੇ ਆ ਜਾਂਦੇ ਹਾਂ, ਸੁਣਨੇ ਉਹਨਾਂ ਨੂੰ ਵਿਚਾਰਿਆਂ ਨੂੰ ਅੰਮ੍ਰਿਤ ਵੇਲੇ। ਆਪਣਾ ਟਾਈਮ, ਜ਼ਿੰਦਗੀ ਦੇ ਕੁਝ ਪਲ ਅਸੀਂ ਅਹਿਮ ਕੱਢਦੇ ਹਾਂ। ਧਨ ਵੀ ਅਸੀਂ ਬੜਾ ਖਰਚ ਕੀਤਾ ਹੈ, ਸੇਵਾ ਵੀ ਕੀਤੀ ਹੈ, ਮਿਹਨਤ ਵੀ ਕੀਤੀ ਹੈ, ਘਰ-ਬਾਰ ਵੀ ਛੱਡਿਆ, ਪਦਾਰਥ ਵੀ ਕਰੋੜਾਂ ਤਰ੍ਹਾਂ ਦੇ ਅਸੀਂ ਲੈ ਕੇ ਆਉਂਦੇ ਹਾਂ। ਪਰ ਇਹਨਾਂ ਸਾਰੀਆਂ ਚੀਜ਼ਾਂ ਜਦੋਂ ਅਸੀਂ ਇੰਨਾ ਕੁਛ ਕਰ ਲੈਂਦੇ ਹਾਂ, ਕਮ ਸੇ ਕਮ ਜਪਜੀ ਸਾਹਿਬ ਤੋਂ ਕੁਝ ਨਾ ਕੁਝ ਤਾਂ ਅਸੀਂ ਸਿੱਖਣ ਵਾਸਤੇ ਹੀ ਕਰਦੇ ਹਾਂ ਨਾ, ਇੰਨਾ ਕੁਝ ਕਿ ਕੁਝ ਨਾ ਕੁਝ ਮਿਲੇ। ਤੇ ਜੋ ਇੱਥੋਂ ਮਿਲਦਾ ਉਹ ਮਨੁੱਖ ਆਪਣੀ ਝੋਲੀ ਦੇ ਵਿੱਚ ਪਾ ਕੇ ਫਿਰ ਲੈ ਕੇ ਜਾਵੇ। ਮਨੁੱਖ ਦਾ ਇਹ ਫਰਜ਼ ਬਣਦਾ ਹੈ ਵੀ ਜਦ ਤੂੰ ਕਰੋੜਾਂ ਰੁਪਈਆ ਦੇ ਦਿੱਤਾ, ਇੰਨਾ ਖਰਚ ਕੀਤਾ ਹੈ, ਤੇ ਹੁਣ ਜੋ ਕੁਛ ਤੈਨੂੰ ਬਾਬਾ ਨਾਨਕ ਵਾਪਸ ਦੇ ਰਿਹਾ, ਹੁਣ ਤੂੰ ਤੇ ਲੈ ਜਾ। ਤੂੰ ਤੇ ਸਾਰਾ ਕੁਛ ਦੇ ਹੀ ਗਿਆ, ਬੜਾ ਕੁਛ ਦਿੰਦਾ ਰਿਹਾ, ਪਦਾਰਥ, ਅਨੇਕਾਂ ਤਰ੍ਹਾਂ ਦੇ ਅਨਾਜ, ਆਪਣੀ ਜ਼ਿੰਦਗੀ ਦੇ ਕੁਛ ਪਲ ਦਿੰਦਾ ਰਿਹਾ। ਪਰ ਜੋ ਕੁਛ ਬਾਬਾ ਨਾਨਕ ਤੈਨੂੰ ਦਿੰਦਾ ਰਿਹਾ, ਬਾਬੇ ਨਾਨਕ ਦੇ ਤੋਂ ਅੱਗੇ ਝੋਲੀ ਅੱਡੀ ਨਹੀਂ ਹੈ, ਨਹੀਂ ਅੱਡੀ। ਜੇ ਅੱਡੀ ਹੁੰਦੀ ਨਾ ਤੇ ਗੁਰੂ ਨਾਨਕ ਨੇ ਤੈਨੂੰ ਸੁਚੇਤ ਕਰਦੇ ਨੇ ਜਪਜੀ ਸਾਹਿਬ ਦੇ ਵਿੱਚ ਕਿ ਜਿੰਨੀਆਂ ਸੰਸਾਰ ਦੇ ਵਿੱਚ ਮੱਤਾਂ ਚੱਲਦੀਆਂ ਸੀ, ਉਹ ਸਾਰੀ ਦੀਆਂ ਸਾਰੀਆਂ ਮੱਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਰੀਆਂ ਮੱਤਾਂ ਤੋਂ ਬੰਦੇ ਨੂੰ ਜਪਜੀ ਸਾਹਿਬ ਦੇ ਵਿੱਚ ਸੁਚੇਤ ਕਰਤਾ। ਅਸੀਂ ਤਾਂ ਜਪਜੀ ਸਾਹਿਬ ਦੇ ਨਾਲ ਇੱਥੋਂ ਤੱਕ ਹੀ ਸਹਿਮਤ ਹੋਏ ਹਾਂ, ਬਸ ਵੀ ਗੁਰਦੁਆਰੇ ਭਾਈ ਲੱਗ ਗਿਆ ਪੜ੍ਹਨ ਤੇ ਜਪਜੀ ਸਾਹਿਬ ਦਾ ਪਾਠ ਤੇ ਪੜ੍ਹਤਾ। ਕਿੰਨਾ ਕੁ ਚਿਰ ਪੜ੍ਹੀ ਜਾਓਗੇ ਭਾਈ, ਕਿੰਨਾ ਕੁ ਚਿਰ ਪੜ੍ਹੋਗੇ? ਗੁਰੂ ਨਾਨਕ ਨੇ ਖੰਡਨ ਕੀਤਾ ਹੈ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਲੈ ਲੱਦ ਲਾ ਗੱਡੇ ਭਰ ਭਰ ਕੇ, ਪੜ੍ਹ ਪੜ੍ਹ ਕੇ ਤੂੰ ਪੜ੍ਹ ਪੜ੍ਹ ਗੱਡੀ ਹੈ, ਖਾਤ ਗੱਡੇ ਭਰ ਲਾ। ਪੜ੍ਹੀਏ ਜੇਤੇ ਬਰਸ ਵਰਸ, ਤੂੰ ਇੱਕ ਉਮਰ ਦੀ ਗੱਲ ਕਰਦਾ, ਕਈ ਕਈ ਜਨਮ ਪੜ੍ਹੀ ਚੱਲ। ਪੜ੍ਹੀਏ ਜੇਤੇ ਬਰਸ ਵਰਸ, ਪੜ੍ਹੀਏ ਜੇਤੇ ਸਾਸ, ਪੜ੍ਹੀ ਚੱਲ, ਗੱਡੇ ਲੱਦ ਲਾ ਗ੍ਰੰਥਾਂ ਦੇ ਪੜ੍ਹ ਪੜ੍ਹ ਕੇ, ਪੜ੍ਹੀ ਚੱਲ ਸਾਰੀ ਜ਼ਿੰਦਗੀ। ਜੇ ਕੁਝ ਉਹਦੇ ਵਿੱਚੋਂ ਸਿੱਖਣਾ ਹੀ ਨਹੀਂ, ਤੇਰਾ ਕੋਈ ਪੜ੍ਹਨ ਦਾ ਫਾਇਦਾ ਹੈਗਾ? ਸਿੱਖਣਾ ਹੀ ਨਹੀਂ ਜਦੋਂ ਕੋਈ, ਪੜ੍ਹਨ ਦਾ ਕੀ ਹੈ ਜਦੋਂ ਸਿੱਖਣਾ ਹੀ ਕੁਝ ਨਹੀਂ ਹੈ? ਤਾਂ ਗੁਰੂ ਨਾਨਕ ਮਹਾਰਾਜ ਕਹਿੰਦੇ, ਗੁਰਮੁਖਾ ਤੇਰਾ ਅਜਾਈਂ ਚਲਿਆ ਗਿਆ। ਪੜ੍ਹਿਆ ਤਾਂ ਪੜ੍ਹਿਆ ਹੋਇਆ ਕਿੱਧਰ ਚਲਿਆ ਗਿਆ? ਉਹ ਤਾਂ ਤੇਰਾ ਅਜਾਈਂ ਚਲਿਆ ਗਿਆ। ਬਾਬੇ ਨਾਨਕ ਨੇ ਕਿਹਾ ਸੀ ਮਰਦਾਨੇ ਨੂੰ, ਮਰਦਾਨਿਆਂ ਕਹਿੰਦੇ ਜਦੋਂ ਤੂੰ ਕੀਰਤਨ ਕਰਦਾ ਹੈ ਨਾ, ਉਦੋਂ ਕਰਤਾ ਪੁਰਖ ਪ੍ਰਗਟ ਹੁੰਦਾ ਹੈ। ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਕਿਹਾ ਸੀ। ਤੇ ਜਦੋਂ ਕੀਰਤਨ ਸੁਣਾਉਣਾ, ਉਦੋਂ ਭਾਵਨਾਵਾਂ ਪ੍ਰਗਟ ਹੁੰਦੀ ਹੈ। ਕਥਾ ਕਰਨੀ ਹੋਵੇ ਬੰਦਗੀ ਬਣਦੀ ਹੈ, ਕਥਾ ਸੁਣਾਉਣੀ ਹੋਵੇ ਕਿਰਤ ਬਣਦੀ ਹੈ। ਸੁਣ ਲਿਓ ਜਰਾ ਧਿਆਨ ਦੇ ਨਾਲ, ਵਾਰੀ ਵਾਰੀ ਨਹੀਂ ਇੱਕ ਗੱਲ ਮਿਲਦੀ ਹੁੰਦੀ। ਕਥਾ ਕਰਨੀ ਹੋਵੇ ਤੇ ਬੰਦਗੀ ਬਣਦੀ ਹੈ, ਕਥਾ ਸੁਣਾਉਣੀ ਹੋਵੇ ਕਿਰਤ ਬਣਦੀ ਹੈ। ਪਾਠ ਕਰਨਾ ਹੋਵੇ ਇਬਾਦਤ ਬਣਦਾ ਹੈ, ਪਾਠ ਸੁਣਾਉਣਾ ਹੋਵੇ ਕਿਰਤ ਬਣਦਾ ਹੈ। ਦੁਬਾਰੇ ਫਿਰ ਮੈਂ ਦੁਹਰਾ ਦਿੰਦਾ, ਪਾਠ ਕਰਦਾ ਹੈ ਇਬਾਦਤ ਹੈ, ਪਾਠ ਸੁਣਾਉਣਾ ਇਹ ਇੱਕ ਧੰਦਾ ਹੈ, ਧੰਦਾ। ਕਥਾ ਕਰਨੀ ਹੋਵੇ ਬੰਦਗੀ ਬਣਦੀ ਹੈ ਤੇ ਕਥਾ ਸੁਣਾਉਣੀ ਹੋਵੇ ਕਿਰਤ ਬਣਦੀ ਹੈ। ਤੇ ਗੁਰੂ ਨਾਨਕ ਨੇ ਕਿਹਾ ਸੀ ਮਰਦਾਨਿਆਂ, ਜਦੋਂ ਕੀਰਤਨ ਕਰਦਾ ਕਰਤਾ ਪੁਰਖ ਪ੍ਰਗਟ ਹੁੰਦਾ ਹੈ, ਜਦੋਂ ਕੀਰਤਨ ਸੁਣਾਉਣਾ ਉਦੋਂ ਭਾਵਨਾਵਾਂ ਪ੍ਰਗਟ ਹੁੰਦੀ ਹੈ। ਹੁਣ ਇਹ ਗੱਲਾਂ ਦਾ ਸਿਰਲੇਖ ਜਿਹੜੀਆਂ ਮੈਂ ਬੋਲ ਗਿਆ, ਇਹਨਾਂ ਨੂੰ ਪਰਤ ਦਰ ਪਰਤ ਖੋਲ ਕੇ ਤੁਹਾਡੇ ਸਾਹਮਣੇ ਰੱਖਣ ਦਾ ਹੁਣ ਸਮਾਂ ਨਹੀਂ ਹੈ, ਕਿਉਂਕਿ ਇਹ ਜਿੰਨਾ ਟਾਈਮ ਗੱਲ ਪੂਰੀ ਖੁੱਲ੍ਹ ਕੇ ਨਾ ਸਾਹਮਣੇ ਆਵੇ, ਉਹਨਾਂ ਟਾਈਮ ਪਤਾ ਨਹੀਂ ਲੱਗਦਾ ਸਾਨੂੰ।
तो गुरु नानक देव साहिब जी महाराज ने सानू सुचेत किया कि जे तुसी इन्ना कुछ उद्यम उपराला करते हो लंगरां मंदिरां वास्ते धन पदार्थ अपना घर बार छड्ड दो तो कुछ ना कुछ सिख लै, किते एक विहार जा बन के ना रह जे, विहार जा बन के ना रह जे कि जपजी साहिब का पाठ तां फलाने थाई होवे, विहार ना बन के रह जे, धंधा ना बन के रह जे। गुरु नानक महाराज कहते देखी कदे एक कला धंधा ना बन के रह जे, इस तो कुछ ना कुछ सिख लै। गुरु नानक देव साहिब जी महाराज ने सानू सिखाया है तो सिखते असीं की हाँ? कदे सिक्ख्या बाबे नानक तो? इन्ना की सिख लिया बस जी। जदों हुण ठीक है सारा कुछ हो गया, हुण उम्र हो गई वड्डी, हुण अमृत छक लो, अमृत छक के तड़के उठ के नहा के जाया करो गुरुद्वारे, संगत करया करो उतों, तो उतों फिर आके उस तो बाद सारा दिन चुगलियां चपटियां ते लंघा दिया करो, सारा दिन लगे रहा करो। यही सिक्ख्या बाबे नानक तो। सारा दिन कित्थे रहने, की करते हैं? कि अमृत वेले सानू गुरु नानक महाराज इन्हां गल्लां वास्ते प्रेरित करते हैं कि सारा दिन तू आ कर्म करी। गुरु नानक देव साहिब महाराज सुचेत करते हैं कि तू सारा दिन की करना है, कर, जिथे मर्जी रह, कोई चक्कर नहीं है, जो मर्जी धंधा कर, पर करना किवें है वो गुरु नानक महाराज इत्थों सुचेत करके तोरते हैं सानू। तो सिक्ख्या हजे तक असी कुछ नहीं है, तो जे कुछ सिक्ख्या नहीं तो एक करोड़ां रुपये जिहड़े लग गए, इन्हां दा कोई लाहा हैगा? कदे सोचिया किसी ने कोई लाहा हैगा? जिहड़ियां साडे गुरुद्वारियां ते बड़ियां बड़ियां गुमटियां ते बड़ियां बड़ियां टुकड़ियां चढ़ी जांदियां ने, लखां रुपइयां दी लेबर लग जाती है, उन्हां दा फायदा हैगा कोई? जे कुछ सीखना ही नहीं, जदों सरकार ने बच्चे पढ़ाने ना होण ते स्कूल बनाउण दा फायदा की है जदों दे विच टीचर नहीं कोई? असीं ते यही गल कहांगे बंद कर दिओ। सरकार ने बच्चे पढ़ाने ने, टीचरां ने बच्चे पढ़ाने ने, स्कूल का की फायदा? कोई बच्चा पढ़न भेजेगा उत्थे? ये साडा इत्थों सिक्ख्या दा मंदिर है, एक गुरु नानक दा घर सिक्ख्या दा मंदिर, वो सिक्ख्या दा मंदिर है, ये सिक्ख्या दा मंदिर है गुरु नानक ने अपना द्वारा बनाया है ताकि इत्थों सिख के तू अपनी जिंदगी अते दूसरियां दी जिंदगी नूं सवार सकें। जे कुछ सिक्ख्या नहीं है तो तेरे वास्ते तो इट्टां ने कुछ भी नहीं है, तेरे वास्ते तो पत्थर ने कुछ भी नहीं है, सिक्ख्या ही कुछ नहीं है। इन्ना धन लगे है साडे गुरुद्वारियां दे विच, कोई धन जिहड़ा है टुकड़ियां ला लो, पार्क ला लो, लखां करोड़ां अरबां खरबां रुपया लग रहा है, पर जदों उहदे विचला टीचर हुंदा है जिन्हें सेध देनी हुंदी है, टीचर बाबत फिर कह दिंदे ने साडे तां गुरुद्वारे नूं आमदन है नहीं, आ साडा वाह पैंदा रहिंदा है। बहुत सारे नगर खेड़ियां दे शहर कस्बियां दे विच जाने उत्थे वाह पैंदा रहिंदा ने, ते कह देणगे बड़े गरीब जे होके कहंदे भाई साहब गुरुद्वारे नूं आमदन तां है ही नहीं कोई, भी जे आमदन नहीं आ जिहड़ियां तुसीं दरबार साहिब ते एडियां एडियां गुमटियां बिना आमदन तो बन गईयां, इन्नियां टुकड़ियां लाई बैठे हो, इन्ना पत्थर संग मार मार लाया होया है, कोई जगह तुसीं छड्डी नहीं रेते दे वास्ते, ये बिना पैसा तो हो गया। पर जदों दे विच टीचर रखना है जिन्हें मेन सेध देनी है, टीचर नहीं सही रखते, जे टीचर नहीं ना सही रखते पखंडियां दे डेरे एवें नहीं चढ़े। असीं कहने ना पखंडियां दे डेरे चढ़ गए जी, उत्थे पखंड करते हैं, वो क्यों चढ़ गए? क्योंकि साडे पल्ले कख नहीं है, साडे पल्ले कख नहीं है। दूजियां नूं गलत ना कदे कहा करो, अपने अंदर झाती मारिया करो कि साडे पल्ले कख नहीं सी, इसे करके लोग पखंडियां दे डेरियां दे विच चले गए। गुरु नानक महाराज जिन्नियां साडे देश दे विच मत्तां चलदियां सी, उन्हां समयां दे विच उन्हां नूं जपजी साहिब दे मेन पॉइंट ते आके गुरु नानक महाराज ने सानूं सुचेत कीता पहलां कि ਜਿਹੜੀਆਂ मत्तां संसार दे विच चलदियां सी सज्जना, इन्हां मत्तां तो तू सुचेत रहना है। गुरु साहिब जी महाराज किरपा करन। समाप्ति का समा, भुल्लां चुक्कां दी खिमा, आईयां संगतां दा धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।